ਫਤਿਹ ਗਜਾਈ ਗੁਰੂ ਦੀ ਪਹੁੰਚੇ ਜਦ ਦਰਬਾਰ, ਸੁਣੀ ਫਤਿਹ ਜਦ ਗੁਰੂ ਦੀ ਵਰਤੀ ਚੁੱਪ ਅਪਾਰ। ਬਿਟ ਬਿਟ ਸਾਰੇ ਤੱਕਦੇ ਕੋਈ ਨਾ ਸਕਿਆ ਬੋਲ, ਗੂੰਗੇ ਸਾਰੇ ਭਾਸਦੇ ਬੋਲ ਜਿਵੇਂ ਨਾ ਕੋਲ। ਖੜਗੇ ਜਾ ਕੇ ਸੂਰਮੇ ਛਾਤੀਆਂ ਲਈਆਂ ਤਾਣ, ਸਭ ਪਾਸੇ ਹੀ ਮਾਰਦੇ ਨਜ਼ਰਾਂ ਵਾਲੇ ਬਾਣ। ਵੇਖ ਨਿਡਰਤਾ ਉਹਨਾਂ ਦੀ ਸਾਰੇ ਰਹਿ ਗਏ ਦੰਗ, ਸੂਬੇ ਨੇ ਫਿਰ ਸੋਚਿਆ ਕਰੇ ਕਚਹਿਰੀ ਭੰਗ। ਇਹ ਉਮਰਾਂ ਇਹ ਹੌਸਲੇ ਇਹ ਗੈਰਤ ਇਹ ਸ਼ਾਨ, ਐਸਾ ਕੋਈ ਨਾ ਦਿਸਿਆ ਯਾਰੋ ਵਿੱਚ ਜਹਾਨ। ਨਵਾਬ ਮਲੇਰਕੋਟਲੇ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਿਰੋਧ ਕਰਨ 'ਤੇ ਵਜ਼ੀਰ ਖਾਨ ਨੂੰ ਵੀ ਲੱਗਾ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਅਤੇ ਉਹ ਉਹਨਾਂ ਨੂੰ ਛੱਡ ਦੇਣਾ ਚਾਹੁੰਦਾ ਸੀ। ਪਰ ਉਸ ਦਾ ਦੀਵਾਨ ਸੁੱਚਾਨੰਦ ਕਹਿਣ ਲੱਗਾ ਕਿ ਇਹ ਸੱਪ ਦੇ ਬੱਚੇ ਨੇ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਅਸਲ ਵਿੱਚ ਸਰਹੰਦ ਦੀ ਕੰਧ ਦੀ ਨੀਂਹ ਰੱਖੀ ਹੀ ਸੁੱਚਾਨੰਦ ਨੇ ਸੀ, ਜਿਸ ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਆਪਣੀ ਸ਼ਹਾਦਤ ਨਾਲ ਕੁਰਬਾਨੀਆਂ ਦੀ ਕੰਧ ਬਣਾ ਦਿੱਤਾ। ਨੰਨੇ ਜੇ ਕੋਮਲ ਜੇ ਜਿਸਮ ਨੇ, ਪਰ ਹਿਰਦੇ ਫੁਲਾਦੀ ਨੇ, ਵਿਸ਼ਵਾਸ ਅਟੱਲ ਨੇ, ਨਿਸ਼ਚੇ ਚਟਾਨ ਵਰਗੇ ਆ। ਸੂਬੇ ਦੀ ਸਭਾ ਵਿੱਚ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ, ਸਵਾਲ ਜਵਾਬ ਹੋਏ, ਸਾਰੇ ਹਰਬੇ ਵਰਤੇ ਗਏ। ਪਿਆਰ ਨਾਲ, ਲਾਲਚ ਨਾਲ, ਡਰਾਵੇ ਨਾਲ, ਛਲ ਨਾਲ, ਧੋਖੇ ਨਾਲ। ਦਰਵਾਜ਼ਾ ਛੋਟਾ ਰੱਖ ਕੇ ਦੁਨਾ ਸਿੰਘ ਹੰਡੂਰੀਆ ਜਿਵੇਂ ਇਤਿਹਾਸਕਾਰ ਲਿਖਦੇ ਕਿ ਅਸੀਂ ਧੋਖੇ ਨਾਲ ਸਿਰ ਝੁਕਾਈਏ ਸਾਹਿਬਜ਼ਾਦਿਆਂ ਦੇ, ਪਰ ਗੁਰੂ ਸਾਹਿਬ ਦੇ ਲਾਲਾਂ ਨੇ ਸਿੱਖੀ ਦੇ ਤਾਜ ਨਾ ਝੁਕਣ ਦਿੱਤੇ। ਬੁਲੰਦ ਹੌਸਲੇ ਦੇ ਨਾਲ ਸਾਹਿਬਜ਼ਾਦਿਆਂ ਨੇ ਸੂਬੇ ਦੀ ਕਚਹਿਰੀ 'ਚ ਜਵਾਬ ਦਿੱਤੇ। ਹਮ ਜਾਨ ਦੇ ਕੇ ਔरों की जाने बचा चले, हम जान दे के औरों की जाने बचा चले, सिक्खी की नींव हम हैं सरों पर उठा चले, हम जान। ਤੇ ਮਾਤਾ ਜੀ ਨੂੰ ਇਹ ਕਿਹਾ ਸੀ ਦਸਮ ਪਾਤਸ਼ਾਹ ਨੇ ਕਿ ਇਹਨਾਂ ਨੂੰ ਕਦੇ ਵੀ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਕਰਨਾ, ਨਜ਼ਰ ਸਾਨੀ ਕਰਨੀ ਹੈ, ਨਜ਼ਰ ਵਿੱਚ ਰੱਖਣਾ। ਨਿੱਕੇ ਬਾਲ ਨੇ। ਜਦੋਂ ਇਹ ਪ੍ਰਸੰਗ ਸਾਡੀ ਦ੍ਰਿਸ਼ਟੀ ਵਿੱਚ ਆਉਂਦਾ ਹੈ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਪੀੜਾ ਹੋਰ ਵੀ ਵੱਧ ਜਾਂਦੀ, ਕਿਉਂਕਿ ਉਹ ਮਾਂ ਬਾਰੇ ਵੀ ਸਨ। ਵਜ਼ੀਰ ਖਾਂ ਸੂਬਾ ਸਰਹੰਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਨਹੀਂ ਸੀ ਕਰਨਾ ਚਾਹੁੰਦਾ। ਉਹ ਚਾਹੁੰਦਾ ਹੈ ਕਿ ਗੁਰੂ ਕੇ ਲਾਲ ਜਿੰਦਾ ਰਹਿਣ, ਦੁਨੀਆ ਦੇ ਸੁੱਖ ਭੋਗਣ, ਪਰ ਹਮਦਰਦੀ ਨਾਲ ਨਹੀਂ ਚਾਹੁੰਦਾ। ਉਹ ਚਾਹੁੰਦਾ ਕਿ ਗੁਲਾਮੀ ਮੰਨ ਕੇ, ਮੇਰੀ ਈਣ ਮੰਨ ਕੇ, ਮੇਰੇ ਮੁਤਾਜ ਹੋ ਕੇ, ਔਰੰਗਜ਼ੇਬ ਦੀ ਅਧੀਨਗੀ ਪ੍ਰਵਾਨ ਕਰਕੇ ਫਿਰ ਜਿੰਦਾ ਰਹਿਣ। ਗੁਰੂ ਸਾਹਿਬ ਜੀ ਦੇ ਲਾਲਾਂ ਨੇ ਕਿਹਾ ਸੀ ਜਿਹੜੀ ਜ਼ਿੰਦਗੀ ਖੈਰਾਤ ਵਿੱਚ ਦੇਵੇਂਗਾ ਕੀ ਉਹਦੇ ਵਿੱਚ ਕਦੀ ਮੌਤ ਨਹੀਂ ਆਏਗੀ। ਤੋ ਅੱਲਾ ਯਾਰ ਖਾਂ ਜੋਗੀ ਉਹ ਮੁਸਲਮਾਨ ਦਰਵੇਸ਼ ਨੇ ਬੜੇ ਪਿਆਰੇ ਬੋਲ ਲਿਖੇ कि 7 साल जी कर भी मरना ज़रूर है, सार कौम से बचा कर जीना ये गैरत से दूर है। जी ओढ़ मरना ही है सदियाँ जू के, तो फिर बेगैरत हो के क्यों मरी। गुरियाई का है किस्सा जहाँ में बना चले, गुरियाई का है किस्सा जहाँ में बना चले, सिंगों की सल्तनत का है पोता लगा चले, पोता। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਠੰਡੇ ਬੁਰਜ 'ਚੋਂ ਮਾਤਾ ਗੁਜਰੀ ਜੀ ਤੋਂ ਆਖਰੀ ਵਿਦਾਇਗੀ ਲਈ। ਪੰਜਾਬੀ 'ਚ ਕਹਾਵਤ ਹੈ ਕਿ ਮੂਲ ਤੋਂ ਵਿਆਜ ਪਿਆਰਾ ਹੁੰਦਾ ਹੈ, ਭਾਵ ਆਪਣੇ ਪੁੱਤਾਂ ਧੀਆਂ ਤੋਂ ਵੀ ਵੱਧ ਆਪਣੇ ਪੋਤੇ ਪੋਤੀਆਂ ਤੇ ਦੋਤੇ ਦੋਤੀਆਂ ਪਿਆਰੇ ਹੁੰਦੇ ਨੇ। ਪਰ ਮਾਤਾ ਗੁਜਰੀ ਜੀ ਨੇ ਆਪਣੀ ਕੌਮ ਦੇ ਮੂਲ ਨੂੰ ਜਿਉਂਦਾ ਰੱਖਣ ਲਈ ਆਪਣੇ ਵਿਆਜ ਨੂੰ ਵੀ ਕੁਰਬਾਨੀ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ।
ਜਾਂਦੀ ਵਾਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਮੁਖੜੇ ਚੁੰਮੇ, ਉਹਨਾਂ ਨੂੰ ਕਲਾਵੇ ਵਿੱਚ ਲਿਆ ਤੇ ਕਿਹਾ ਕਿ ਜਾਓ ਪੁੱਤਰੋ, ਚਾਂਦਨੀ ਚੌਕ ਦੇ ਸਿਰਨਾਮੇ ਰੋਜ਼-ਰੋਜ਼ ਨਹੀਂ ਲਿਖੇ ਜਾਂਦੇ। ਜ਼ੋਰਾਵਰ ਸੁਣ ਹੱਸਿਆ, ਦੀਨ ਨਾ ਪਾਲਣ ਚੋਰ, ਕਲਗੀਧਰ ਦੀ ਜਿੱਤ ਦੇ ਵਾਣ ਸ਼ੂਕ ਦੇ ਹੋਰ। ਰਿਜ਼ਕ ਅਸਾਡਾ ਹੋਰ ਥਾਂ, ਰਤ ਡੁੱਲੇ ਸਰਹਿੰਦ, ਲਿਸ਼ਕੇ ਸਾਡੇ ਰਿਜ਼ਕ ਤੇ ਗੁਰੂ ਪਿਤਾ ਦੀ ਜਿੰਦ। ਸੁਣ ਫਤਿਹ ਸਿੰਘ ਕੂਕਿਆ, ਜੀਵੇ ਪਿਤਾ ਦਾ ਮੋਹ, ਤੜਪ ਰਹੇ ਔਰੰਗ ਨੂੰ ਤਰਸ 'ਚ ਬਖਸ਼ੇ ਲੋ। ਰਾਤ ਨੂੰ ਆਵੇ ਰੌਸ਼ਨੀ ਨਾਲ ਤੁਰਾਂ ਮੈਂ ਨਿੱਤ, ਰੋਲ ਦੇਵੇ ਸਰਹਿੰਦ ਨੂੰ 5 ਤੀਰਾਂ ਦੀ ਜਿੱਤ। ਸਿਖਰ ਦੁਪਹਿਰੇ ਵਰਜਣਾ, ਪੱਤ ਢੂੰਡਦੇ ਜੱਗ, ਤੀਰ ਨਰਾਲੇ ਫੜਨਗੇ ਆ ਸਰਹਿੰਦ ਦੀ ਰੱਗ। ਠੰਡੇ ਬੁਰਜ ਦਾ ਇੱਕ ਆਪਣਾ ਇਤਿਹਾਸ ਹੈ। ਠੰਡੇ ਬੁਰਜ ਦੀ ਤਾਮੀਰ ਜਿਹੜੀ ਸੀ ਉਹ ਬਲਬਨ ਨੇ ਕਰਾਈ ਸੀ 13ਵੀਂ ਸਦੀ ਵਿੱਚ। 1270 ਦੇ ਲਾਗੇ ਚਾਗੇ ਇਸ ਦੀ ਤਾਮੀਰ ਕਰਵਾਈ। ਇਹ ਜਿਹੜਾ ਕਿਲ੍ਹਾ ਸੀ ਸਰਹੰਦ ਦਾ, ਉਸ ਦੀ ਤਾਮੀਰ ਵੀ ਬਲਬਨ ਨੇ ਕਰਵਾਈ ਸੀ। ਇਹ ਬਲਬਨ ਗੁਲਾਮ ਖਾਨਦਾਨ ਦਾ 9ਵਾਂ ਸੁਲਤਾਨ ਸੀ ਔਰ ਇਹ ਜਿਹੜਾ ਬੁਰਜ ਸੀ ਇਹ ਸਭ ਤੋਂ ਉੱਚਾ ਬੁਰਜ ਸੀ ਤੇ ਬਾਦਸ਼ਾਹ ਇਹਦੇ 'ਚ ਆਰਾਮ ਕਰਦਾ ਸੀ, ਸੁਲਤਾਨ। ਇੱਥੇ ਮੈਂ ਦੱਸ ਦਿਆਂ ਕਿ ਇਹ ਸਰਹੰਦ ਦੇ ਠੰਡੇ ਬੁਰਜ ਦਾ ਪਹਿਲਾ ਮਹਿਮਾਨ ਜਿਹੜਾ ਸੀ ਉਹ ਬਲਬਨ ਸੀ, ਗਿਆਸੂਦੀਨ ਬਲਬਲ, 9ਵਾਂ ਸੁਲਤਾਨ, ਜਿਸ ਨੇ ਇਸ ਦੀ ਤਾਮੀਰ ਕਰਾਈ। ਔਰ ਇਸ ਦੇ ਆਖਰੀ ਮਹਿਮਾਨ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਸਨ। ਬੁਰਜ ਦੇ ਸਾਹਮਣੇ ਹੀ ਸਾਹਿਬਜ਼ਾਦੇ ਆਖਰੀ ਵਾਰ ਤਿਆਰ ਹੋ ਕੇ ਸ਼ਹਾਦਤ ਲਈ ਰਵਾਨਾ ਹੋਏ। ਉੱਥੇ ਹੀ ਆਖਰੀ ਜਿਹੜੀਆਂ ਦੁੱਧ ਦੀਆਂ ਘੁੱਟਾਂ ਸੀ, ਰਾਤ ਨੂੰ ਜਦੋਂ ਬਾਬਾ ਮੋਤੀ ਮਹਿਰਾ ਦੁੱਧ ਦਾ ਗੜਬਾ ਦੇ ਕੇ ਗਿਆ, ਉਹ ਤਿੰਨਾਂ ਨੇ ਕੁਝ ਘੁੱਟਾਂ ਦੁੱਧ ਦੀਆਂ ਸਾਂਝੀਆਂ ਕੀਤੀਆਂ, ਆਖਰੀ ਵਾਰ ਜੋ ਅੰਨ ਪਾਣੀ ਕੀਤਾ। ਉਸ ਦਿਨ ਕਹਿਰਾਂ ਦੀ ਠੰਡ ਸੀ, ਪਰ ਸ਼ਹਾਦਤ ਦੀ ਦੇਗ ਉਬਾਲੇ ਖਾ ਰਹੀ ਸੀ। ਸਮੇਂ ਦਾ ਤਖਤ ਆਪਣੀ ਈਨ ਮਨਵਾਉਣ 'ਤੇ ਅੜਿਆ ਸੀ, ਪਰ ਦੋਵੇਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤਖਤ ਦੇ ਤਾਜਾਂ ਨੂੰ ਇਤਿਹਾਸ ਦੀ ਕਚਹਿਰੀ ਵਿੱਚ ਠੋਕਰ ਮਾਰਨ ਲਈ ਸਰਹੰਦ ਦੀ ਕੰਧ ਦੀਆਂ ਉਹਨਾਂ ਨੀਹਾਂ 'ਚ ਜਾ ਖੜ੍ਹੇ ਜਿਨ੍ਹਾਂ ਨੇ ਚੱਪੜ ਚਿੜੀ ਦੀ ਗਾਥਾ ਦਾ ਮੁੱਢ ਬੰਨ੍ਹਣਾ ਸੀ। ਕੰਧ ਉਸਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਡਿੱਗ ਪਈ। ਦੋਵੇਂ ਸਾਹਿਬਜ਼ਾਦੇ ਹਾਲੇ ਜਿਉਂਦੇ ਸਨ। ਵਜ਼ੀਰ ਖਾਨ ਉੱਥੋਂ ਜਾ ਚੁੱਕਾ ਸੀ। ਜਦੋਂ ਉਸਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸਨੇ ਦੋਵਾਂ ਦੀਆਂ ਗਰਦਨਾਂ ਕੱਟਣ ਦਾ ਹੁਕਮ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਕੇ ਮਾਤਾ ਗੁਜਰੀ ਜੀ ਵੀ ਅਕਾਲ ਪਿਆਨਾ ਕਰ ਗਏ। ਦੀਵਾਨ ਟੋਡਰਮਲ ਜੀ ਨੇ ਖੜਮੇ ਦਾ ਮੋਹਰਾਂ ਚਿਣ ਕੇ ਇਹਨਾਂ ਦੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ ਜ਼ਮੀਨ ਖਰੀਦੀ। ਇਹ ਵੀ ਕਿਹਾ ਜਾਂਦਾ ਹੈ ਕਿ ਸਾਹਿਬਜ਼ਾਦਿਆਂ ਦੀ ਤੇ ਮਾਤਾ ਜੀ ਦੀਆਂ ਜਿਹੜੀਆਂ ਦੇਹਾਂ ਸੀਗੀਆਂ, ਪਾਵਨ ਦੇਹਾਂ ਸੀ, ਉਹਨਾਂ ਨੂੰ ਉਹਨਾਂ ਨੇ ਹੰਸਲਾ ਨਦੀ ਦੇ ਕਿਨਾਰੇ ਸੁੱਟਤਾ ਸੀ। ਤੇ ਫਿਰ ਉੱਥੋਂ ਹੀ ਇਹਨਾਂ ਨੇ ਦੀਵਾਨ ਟੋਡਰਮਲ ਨੇ, ਉਹਨਾਂ ਦਾ ਭਰਾ ਵੀ ਨਾਲ ਦੱਸਿਆ ਜਾਂਦਾ ਹੈ ਤੇ ਕੁਝ ਹੋਰ ਉਹਨਾਂ ਦੇ ਸਹਾਇਕ ਹੋਣਗੇ, ਉਹਨਾਂ ਨੇ ਫਿਰ ਜੋਤੀ ਸਰੂਪ ਸਾਹਿਬ ਵਿਖੇ ਤਿੰਨਾਂ ਪਾਵਨ ਦੇਹਾਂ ਦਾ ਸੰਸਕਾਰ ਕੀਤਾ, ਜਿੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਵਾਈਮਾਨ ਹੈ। गद्दी से ताज हो तख्त बस अब कौम पाएगी, गद्दी से ताज हो तख्त बस अब कौम पाएगी, दुनिया से जालिमों का निशा तक मिटाएगी, निशा तक मिटाएगी। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਨੌਜਵਾਨ ਕਵੀ ਨਵਾਬ ਖਾਨ ਆਪਣੇ ਇਹਨਾਂ ਸ਼ਬਦਾਂ ਨਾਲ ਸਲਾਮੀ ਦਿੰਦਾ ਹੈ। ਨਾਜ਼ਿਲ ਨੂਰ ਹੁੰਦਾ ਜਦ ਇਸ਼ਕ ਵਾਲਾ, ਫਿਰ ਨੀਹਾਂ ਦੇ ਅੰਦਰ ਵੀ ਜਾਪ ਹੁੰਦਾ ਹੈ। ਦੀਪ ਜਗ ਪੈਂਦੇ ਨੇ ਖੰਡਰਾਂ ਵਿੱਚ, ਜਦੋਂ ਸਿਖਰ ਉੱਤੇ ਪ੍ਰਤਾਪ ਹੁੰਦਾ ਹੈ। ਉੜੇ ਰੰਗ ਜਿਹੜੇ ਨਨਕਾਣਿਓ ਸੀ,
ਉਹੀ ਤੇਗ ਬਣੇ ਉਹੀ ਤੀਰ ਹੋ ਗਏ। ਠੰਡੇ ਬੁਰਜ ਦੀ ਠਾਰ 'ਚੋਂ ਲੰਘ ਕੇ ਤਾਂ ਬੁਰਜ ਸਿਦਕ ਤੇ ਹੋਰ ਤਾਮੀਰ ਹੋ ਗਏ। ਹੁੰਦੀ ਹੈ ਜਦੋਂ ਮਾਤਾ ਗੁਜਰੀ ਜੀ ਨੂੰ ਉਹਨਾਂ ਦੇ ਸੀਸ ਲਿਆ ਕੇ ਦਿਖਾਏ ਜਾਂਦੇ ਨੇ, 2-3 ਫਿਕਰੇ ਮਾਤਾ ਜੀ ਬੋਲਦੇ ਨੇ। ਪਹਿਲਾਂ ਉਹਨਾਂ ਅਹਿਲਕਾਰਾਂ ਨੂੰ ਪੁੱਛਦੇ ਨੇ ਜਿਹੜੇ ਸੀਸ ਲੈ ਕੇ ਆਏ ਠੰਡੇ ਬੁਰਜ ਵਿੱਚ, ਭਈ ਇਹ ਮੇਰੇ ਲਾਲ ਸਿਦਕ ਤੋਂ ਨਹੀਂ ਡੋਲੇ, ਸਿਦਕ ਤੋਂ ਤੇ ਨਹੀਂ ਡੋਲੇ ਸਨ। ਉਹਨਾਂ ਦਾ ਜਵਾਬ ਸੀ, ਮਾਂ ਜੇ ਸਿਦਕ ਤੋਂ ਡੋਲੇ ਹੁੰਦੇ ਤੇ ਜਿਉਂਦੇ ਵਾਪਸ ਆਉਂਦੇ, ਜੇ ਡੋਲੇ ਹੁੰਦੇ ਤੇ ਜਿਉਂਦੇ ਵਾਪਸ ਆਉਂਦੇ। ਇਹ ਸਿਰੜ ਤੇ ਪਹਿਰਾ ਦਿੰਦਿਆਂ ਨੇ ਤਾਂ ਇਹ ਹਾਲ ਕਰਵਾ ਲਿਆ, ਆਪਣਾ ਸੀਸ ਕਟਾ ਲਿਆ। ਉਸ ਤੋਂ ਬਾਅਦ ਅੱਖਾਂ ਮੀਚ ਲਈਆਂ ਮਾਤਾ ਜੀ ਨੇ। 10ਮ ਪਾਤਸ਼ਾਹ ਨੂੰ ਸੰਬੋਧਨ ਹੋਏ, ਕਹਿਣ ਲੱਗੇ ਤੂੰ ਮੈਨੂੰ ਆਖਿਆ ਸੀ ਇਹਨਾਂ ਨੂੰ ਨਜ਼ਰਾਂ ਤੋਂ ਪਾਸੇ ਨਾ ਕਰੀ। ਇਹ ਪਹਿਲੀ ਵਾਰੀ ਮੇਰੀ ਨਜ਼ਰਾਂ ਤੋਂ ਪਾਸੇ ਹੋਏ ਸੀ ਤੇ ਸਦਾ ਲਈ ਉਜਲ ਹੋ ਗਏ। ਫਿਰ ਬੱਚਿਆਂ ਨੂੰ ਕਿਹਾ ਮੈਂ ਵੀ ਹੁਣ ਨਹੀਂ ਮੈਂ ਤੁਹਾਨੂੰ ਇਕੱਲੇ ਛੱਡਾਂਗੇ, ਮੈਂ ਵੀ ਤੁਹਾਡੇ ਨਾਲ ਹੀ ਆ ਰਹੀ ਹਾਂ। ਉਸ ਤੋਂ ਬਾਅਦ ਮਾਤਾ ਜੀ ਨੇ ਸਵਾਸ ਤਿਆਗ ਦਿੱਤੇ। ਦੋਵੇਂ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਦੀਵਾਨ ਟੋਡਰਮਲ ਦੇ ਪਰਿਵਾਰ ਵੱਲੋਂ ਸਰਹੰਦ ਦੇ ਕਿਲੇ ਦੇ ਪਿਛਲੇ ਪਾਸੇ ਗੁਰਦੁਆਰਾ ਜੋਤੀ ਸਰੂਪ ਵਾਲੀ ਥਾਂ ਕੀਤਾ ਗਿਆ। ਸਿੱਖ ਰਵਾਇਤਾਂ ਅਨੁਸਾਰ ਮੰਨਿਆ ਜਾਂਦਾ ਹੈ ਕਿ ਦੀਵਾਨ ਟੋਡਰਮਲ ਦੇ ਪਰਿਵਾਰ ਨੇ ਜ਼ਮੀਨ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦੀ ਸੀ, ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨਿਆ ਜਾਂਦਾ ਹੈ। ਸ਼ਾਹਜਹਾਂ ਦੇ ਸਮੇਂ ਟੋਡਰਮਲ ਨੂੰ ਟੋਡਰਮਲ ਸ਼ਾਹਜਹਾਨੀ ਕਿਹਾ ਜਾਂਦਾ ਸੀ। 1648 ਵਿੱਚ ਇਸ ਨੂੰ ਰਾਜਾ ਦਾ ਖਿਤਾਬ ਵੀ ਮਿਲਿਆ ਸੀ, ਜੋ ਸਾਰੀ ਮੁਗਲਿਆ ਤਵਾਰੀਖ ਵਿੱਚ ਸਿਰਫ ਕੁਝ ਗੈਰ ਮੁਸਲਮਾਨਾਂ ਨੂੰ ਹੀ ਮਿਲਿਆ, ਜਿਨ੍ਹਾਂ 'ਚੋਂ ਦੀਵਾਨ ਟੋਡਰਮਲ ਇੱਕ ਸੀ। ਉਹ ਜਿਸ ਮਹੱਲ ਵਿੱਚ ਰਹਿੰਦਾ ਸੀ ਉਸ ਦਾ ਨਾਂ ਜਹਾਜੀ ਹਵੇਲੀ ਸੀ, ਕਿਉਂਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਦੁਨੀਆ ਵਿੱਚ ਬਹੁਤ ਸੂਰਮੇ ਨੇ ਜਿਹੜੇ ਆਪਣੇ ਆਦਰਸ਼ਾਂ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ, ਪਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਜਦੋਂ ਸ਼ਹਾਦਤ ਦਾ ਜਾਮ ਪੀਤਾ ਤਾਂ ਉਹਨਾਂ ਦੀ ਉਮਰ ਚਾਨਣੀਆਂ ਰਾਤਾਂ 'ਚ ਕਹਾਣੀਆਂ ਸੁਣਨ ਦੀ ਸੀ, ਪਰ ਉਹ ਆਪ ਜਿਹੜੀ ਕਹਾਣੀ ਦੇ ਪਾਤਰ ਬਣੇ ਉਹ ਪਾਣੀ ਦੇ ਉਹਨਾਂ ਬੁਲਬੁਲਿਆਂ ਵਰਗੀ ਸੀ, ਜਿਨ੍ਹਾਂ ਕੋਲ ਜ਼ਿੰਦਗੀ ਦੇ ਕੁਝ ਪਲ ਹੁੰਦੇ ਨੇ, ਪਰ ਉਹਨਾਂ ਕੁਝ ਪਲਾਂ ਵਿੱਚ ਵੀ ਉਹ ਵਗਦੇ ਪਾਣੀਆਂ ਦੀ ਹਿੱਕ 'ਤੇ ਖੇਡ ਕੇ ਜਾਂਦੇ ਨੇ। ਜਦੋਂ ਨੂਰਾ ਮਾਹੀ ਵਾਪਸ ਗਿਆ, ਉਹਨੇ ਭਰੀਆਂ ਅੱਖਾਂ ਨਾਲ ਗੁਰੂ ਸਾਹਿਬ ਨੂੰ ਦੱਸਿਆ ਵੀ ਕਿਸ ਤਰ੍ਹਾਂ ਸਾਹਿਬਜ਼ਾਦੇ ਸ਼ਹਾਦਤ ਪਾ ਗਏ ਤੇ ਮਾਤਾ ਜੀ ਸ਼ਹੀਦ ਹੋ ਗਏ, ਤਾਂ ਗੁਰੂ ਸਾਹਿਬ ਨੇ ਆਪਣੇ ਤੀਰ ਦੀ ਨੋਕ ਨਾਲ ਘਾਹ ਦੀ ਇੱਕ ਤਿਣ ਪੁੱਟੀ ਤੇ ਉੱਥੇ ਗੁਰੂ ਸਾਹਿਬ ਨੇ ਕਿਹਾ ਕਿ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟੀਆਂ ਗਈਆਂ ਨੇ ਹੁਣ। ਤੇ ਉਹ ਦੇਖੋ ਜਿਹੜੀਆਂ ਹੋਣੀਆਂ ਹੁੰਦੀਆਂ ਨੇ, ਹੋਣੀਆਂ ਨੂੰ ਅਸੀਂ ਝੱਲ ਜਾਂਦੇ ਹਾਂ ਵੀ ਇਹ ਹੋਣੀ ਹੈ, ਇਹ ਹੋਣਾ ਹੀ ਸੀ ਇੱਦਾਂ, ਪਰ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਇਹ ਅਣਹੋਣੀ ਸੀਗੀ। ਅਣਹੋਣੀਆਂ ਨੇ ਜਿਹੜੀਆਂ, ਇਹ ਦੁਨੀਆ ਦਾ ਇਤਿਹਾਸ ਬਦਲ ਦਿੰਦੀਆਂ ਨੇ। ਪਾਵਨ ਚਿਖਾ ਨੂੰ ਪਰਸਦਾ ਅਣਦਿਸ ਸੂਖਮ ਨੂਰ, ਭਾਵੇਂ ਜਗਤ ਦੇ ਵਿੱਚ ਸੀ ਫਿਰ ਵੀ ਜਗਤ ਤੋਂ ਦੂਰ। ਕਰੀਆਂ ਨੀਂਦ ਅਲੋਪ ਨੇ ਦੇਹਾਂ 3 ਅਭੇਦ, ਰਾਜ ਲਥੀਫ ਲੈ ਬਰਸਦੇ ਦੂਰ ਬਾਗ ਤੇ ਮੈਘ। 3 ਦੇਹਾਂ ਤੇ ਝੁਕੇ ਸੀ ਨੀਂਦਾਂ ਦੇ ਆਗਾਸ, ਜਿਸ ਛਣ ਰਲ ਮਿਲ ਤਾਰਿਆਂ ਆਣ ਬੁਝਾਈ ਪਿਆਸ।